ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਚੋ ਸੱਜਣ ਮੈਂਡਿਆ ਡੇਈ ਦਿਸਿਸ ਉਤਾਰ। ਨੈਣ ਮਹਿੰਜੇ ਤਰਸ ਦੇ ਕਦ ਪਸੀ ਦੀਦਾਰ। ਮੀਰਾ ਦਾਨਾ ਦਿਲ ਸੋਚ ਮੁਹੱਬਤੇ ਮਨ ਤਨ ਬਸੈ। ਸੱਚ ਸ਼ਾਹ ਬੰਦੀ ਮੋਚ ਦੀਦਨੇ ਦੀਦਾਰ ਸਾਹਿਬ। ਕਛ ਨਹੀਂ ਇਸਕਾ ਮੋਲ ਪਾਕ ਪਰਬਦਗਾਰ ਤੂੰ। ਖੁਦ ਖਸਮ ਵੱਡਾ ਅਤੋਲ ਦਸਤਗੀਰੀ ਦੇਹ ਦਿਲਾਵਰ। ਤੂੰ ਹੀ ਏਕ ਕਰਤਾਰ ਕੁਦਰਤ ਕਰਨ ਖਾਲਕ। ਨਾਨਕ ਤੇਰੀ ਟੇਕ ਬਾਣੀ ਗੁਰੂ ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪਰ ਤਖ ਗੁਰੂ ਨਿਸਤਾਰੇ ਸੋ ਕਹੋ ਟਲ ਗੁਰ ਸੇਵੀਐ। ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ। ਨੂਰ ਅਰਸੋ ਕੁਰਸੋ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ। ਸਿਰ ਸਾਹਾਂਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ। ਸਭਨਾਂ ਦਾ ਬੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਮਨ ਮੁਖ ਵਾਪਾਰੈ ਸਾਰ ਨ ਜਾਣਨੀ। ਬਿਖ ਬਿਹਾਜਹਿ ਬਿਖ ਸੰਗਰਹਿ ਬਿਖ ਸਿਉ ਧਰਹਿ ਪਿਆਰ। ਬਾਹਰੋ ਪੰਡਤ ਸਦਾਏ ਦੇ ਮਨਹੁ ਮੂਰਖ ਗਾਵਾਰ। ਮਨ ਮੁਖ ਵਾਪਾਰੈ ਸਾਰ ਨ ਜਾਣਨੀ। ਬਿਖ ਬਿਹਾਜਹਿ ਬਿਖ ਸੰਗਰਹਿ ਬਿਖ ਸਿਉ ਧਰਹਿ ਪਿਆਰ। ਬਾਹਰੋ ਪੰਡਤ ਸਦਾਏ ਦੇ ਮਨਹੁ ਮੂਰਖ ਗਾਵਾਰ। ਹਰਿ ਸਿਉ ਚਿਤ ਨਾ ਲਾਏ ਨੀ। ਵਾਦੀ ਧਰਨ ਪਿਆਰ। ਵਾਦਾ ਕੀਆ ਕਰਨ ਕਹਾਣੀਆਂ। ਕੂੜ ਬੋਲ ਕਰਹਿ ਆਹਾਰ। ਜਗ ਮਹਿ ਰਾਮ ਨਾਮ ਹਰ ਨਿਰਮਲਾ।
होर मैला सब आकार। नानक नाम न चेतनी होए मैले मरह गवार। महला तीजा दुख लगा बिन सेविया हुक्म मने दुख जाए। आपे दाता सुख दा आपे दे सजाए। नानक एवै जानिए सब किश तिसै रजाए। पौड़ी हर नाम बिना जगत है निर्धन। बिन नावै तृप्त नाही दूजै भरम भुलाया। होमै दुख पाही बिन कर्मा किछु न पाईਐ। जे बहुत लुचाही आवै जाए जम्मै मरै। गुर शब्द छुटाही आप करै किस आखिਐ। दूजा को नाही आवै जाए जम्मै मरै। गुर शब्द छुटाही आप करै किस आखिਐ। दूजा को नाही। वाहिगुरु जी का खालसा वाहिगुरु जी की फतेह। परम सन्मानयोग जुगो जुग अटल चवर छतर तख दे मालक बाणी के बोहित जाहरा जहूर हाजरा हजूर। सर्व कला समरथ धन धन साहिब श्री गुरु ग्रंथ साहिब सच्चे सतगुरु जी दी पावन पवित्र निੱਘੀ गोद अंदर जुड़ बैठे गुरु रूप गुरु सवारे सत संगी जनों। आप जी बड़ भागे हो जो दशमेश पिता गुरु कलगीधर सतगुरु अमृत के दाते सर्वंस दानी। धन धन साहिब श्री गुरु गोबिंद सिंह महाराज जी दी चरण छो धरती महान पवित्र अस्थान गुरुद्वारा मंजी साहिब आलमगीर विखे अमृत वेले तो हाजरियां भर के सत संगत करके सतगुरु महाराज जी दियां खुशियां प्राप्त कर रहे हो। अमृत वेले तो सजे हुए दीवाना विच आप जी ने सत्कार जो गुरु घर दे कीर्तनिया पासों श्री आसा जी की वार दे कीर्तन श्रवण कीते हैं। गुरबाणी दे विच गुरु पातशाह जी ने अमृत वेले की बहुत ज़्यादा महत्ता दसना की है। ओ गुरसिख ओ प्रभु दे प्यारे वो धन हन उन्हां उत्ते गुरु की बड़ी बख्शिश है जिहड़े अमृत वेले की संभाल करते हैं। क्योंकि जदों आपां मुख बाणी जपजी साहिब
ਬਾਣੀ ਪੜ੍ਹਦੇ ਹਾਂ ਤੇ ਸਤਿਗੁਰ ਨੇ ਆਰੰਭਤਾ ਦੇ ਵਿੱਚ ਇਹੀ ਵਚਨ ਕੀਤੇ ਨੇ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਹੋਰ ਕੋਈ ਸਮਾਂ ਨਹੀਂ ਹੈ। ਨਾਮ ਜਪਣ ਦੇ ਲਈ ਕੇਵਲ ਤੇ ਕੇਵਲ ਅੰਮ੍ਰਿਤ ਵੇਲਾ ਹੈ। ਕਿਉਂਕਿ ਕਾਰਨ ਕੀ ਹੈ ਕਿ ਆਪਾਂ ਦਿਨ ਚੜ੍ਹੇ ਨਾਮ ਨਹੀਂ ਜਪ ਸਕਦੇ, ਸੰਧਿਆ ਵੇਲੇ ਰਾਤ ਵੇਲੇ ਨਾਮ ਨਹੀਂ ਜਪ ਸਕਦੇ। ਤੇ ਗੁਰੂ ਪਾਤਸ਼ਾਹ ਤਾਂ ਕਹਿੰਦੇ ਕਿ ਭਾਈ ਤੂੰ ਉੱਠਦੇ ਆ, ਬਹਿੰਦੇ ਆ, ਸੁੱਤੇ ਆ, ਹਰ ਸਮੇਂ ਤੂੰ ਨਾਮ ਜਪ। ਪਰ ਜਿਹੜਾ ਬੀਜ ਬੀਜਣ ਦਾ ਸਮਾਂ ਨਾ, ਉਹ ਹੈ ਅੰਮ੍ਰਿਤ ਵੇਲਾ। ਜੇ ਬੇਰੁੱਤਾ ਆਪਾਂ ਬੀਜ ਬੀਜੀਏ ਨਾ, ਉਹ ਬੀਜ ਪੁੱਗ ਨਹੀਂ ਸਕਦਾ, ਫਸਲ ਨਹੀਂ ਹੁੰਦੀ ਹੈ। ਗੁਰਬਾਣੀ ਵਿੱਚ ਪਾਤਸ਼ਾਹ ਕਹਿੰਦੇ ਨੇ ਕਰੁੱਤਾ ਬੀਜ ਬੀਜੈ ਨਹੀਂ ਜੰਮੈ। ਕਰੁੱਤਾ ਭਾ ਬੇਰੁੱਤਾ। ਮਾਨੋ ਜਿਵੇਂ ਹਾੜੀ ਦੀ ਫਸਲ ਹੈ, ਹਾੜੀ ਦੀ ਫਸਲ ਸੋਹਣੀ ਦੀ ਫਸਲ ਬੀਜਣ ਲੱਗ ਜਾਈਏ ਤੇ ਸੋਹਣੀ ਵੇਲੇ ਹਾੜੀ ਦੀ ਫਸਲ ਬੀਜ ਦਈਏ ਕਿ ਉਹ ਫਸਲ ਹੋਵੇਗੀ। ਤੇ ਇਸੇ ਤਰ੍ਹਾਂ ਹੀ ਨਾਮ ਜਪਣ ਦੇ ਲਈ ਸਾਨੂੰ ਸਤਿਗੁਰੂ ਕਹਿੰਦੇ ਜੇ ਤੂੰ ਚਾਹੁੰਦਾ ਤੇ ਕਿ ਮੇਰੇ ਹਿਰਦੇ ਦੇ ਅੰਦਰ ਪਰਮਾਤਮਾ ਦਾ ਨਾਮ ਵਸੇ, ਜਾਗ ਲੱਗ ਜਾਵੇ, ਜਾਗ ਲਾਉਣ ਦੇ ਲਈ ਤੈਨੂੰ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਪਵੇਗੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਬਚਨ ਕਰਦੇ ਨੇ ਕਿ ਚਾ ਲਾਗੇ ਉਠ ਨਾਮ ਜਪ, ਨਿਸ ਬਾਸਰ ਆਰਾਧ, ਕਾਰਾ ਤੁਝੈ ਨ ਵਿਆਪੇ, ਨਾਨਕ ਮਿਟੈ ਉਪਾਦ। ਕਹਿੰਦੇ ਕਿਸੇ ਪ੍ਰਕਾਰ ਦਾ ਤੈਨੂੰ ਝੋਰਾ ਨਹੀਂ ਵਿਆਪੇਗਾ ਜੇ ਤੂੰ ਅੰਮ੍ਰਿਤ ਵੇਲੇ ਉੱਠ ਕੇ ਉਸ ਮਾਲਕ ਦੀ ਇਬਾਦਤ ਕਰਨ ਲੱਗ ਪਿਆ, ਨਾਮ ਜਪਣ ਲੱਗ ਪਿਆ। ਹੁਣ ਦੇਖੋ ਇਹ ਸਤਿਗੁਰੂ ਜੀ ਨੇ ਅੰਮ੍ਰਿਤ ਵੇਲਾ ਕਿਉਂ ਚੁਣਨਾ ਕੀਤਾ। ਜਿੰਨੇ ਵੀ ਆਪਾਂ ਧਾਰਮਿਕ ਗ੍ਰੰਥ ਪੜ੍ਹਦੇ ਆ, ਚਾਹੇ ਹਿੰਦੂ ਮਤ ਦੇ, ਇਸਲਾਮ ਮਤ ਦੇ ਹਨ, ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ, ਤੇ ਸਾਰੇ ਗ੍ਰੰਥਾਂ ਵਿੱਚ ਇਹੀ ਲਿਖਿਆ ਹੋਇਆ ਹੈ, ਅੰਮ੍ਰਿਤ ਵੇਲੇ ਦੀ ਹੀ ਗੱਲ ਕੀਤੀ ਗਈ ਹੈ। ਇਹ ਕਾਰਨ ਕੀ ਹੈ? ਗੁਰੂ ਸਾਹਿਬਾਂ ਨੇ ਇੱਕ ਸਮਾਂ ਕਿਉਂ ਚੁਣਨਾ ਕੀਤਾ? ਕਿਉਂਕਿ ਜਦੋਂ ਮਨੁੱਖ ਨੂੰ ਆਖੀਏ ਨਾ, ਜੀਵ ਨੂੰ, ਕਿ ਭਾਈ ਨਾਮ ਜਾਂ ਬੰਦਗੀ ਕਰ, ਮਨੁੱਖ ਕਹਿੰਦਾ ਕਿ ਮੇਰੇ ਕੋਲ ਸਮਾਂ ਨਹੀਂ, ਮੈਂ ਕੰਮ ਧੰਦੇ ਕਰਦਾ ਹਾਂ, ਸਾਰਾ ਦਿਨ ਮਿਹਨਤ ਮੁਸ਼ੱਕਤ ਕੀਤੀ ਤੇ ਰਾਤ ਨੂੰ ਥੱਕਿਆ ਹੋਇਆ ਘਰ ਵਿੱਚ ਆਇਆ ਤੇ ਆ ਕੇ ਫਿਰ ਆਰਾਮ ਕਰਨਾ ਕੀਤਾ। ਰਾਤ ਜੇ ਕਿ ਰਾਤ ਨੂੰ ਜਪ ਲਿਆ, ਕਹਿੰਦਾ ਰਾਤ ਨੂੰ ਮੈਂ ਆਰਾਮ ਕਰਨਾ ਹੈ। ਤੇ ਸਾਰਾ ਦਿਨ ਮਨੁੱਖ ਦੀ ਜਿਹੜੀ ਹੈ ਦਿਨ ਰਾਤ ਦੌੜ ਭੱਜ ਹੁੰਦੀ ਹੈ। ਕੇਵਲ ਤੇ ਕੇਵਲ ਇੱਕ ਸਮਾਂ ਹੈ ਅੰਮ੍ਰਿਤ ਵੇਲਾ, ਜਦੋਂ ਮਨੁੱਖ ਨੂੰ ਕਿਸੇ ਪ੍ਰਕਾਰ ਦਾ ਕੋਈ ਕੰਮ ਨਹੀਂ ਹੁੰਦਾ, ਵਾਤਾਵਰਨ ਬਿਲਕੁਲ ਸ਼ਾਂਤ ਹੁੰਦਾ, ਕਿਸੇ ਪ੍ਰਕਾਰ ਦਾ ਸ਼ੋਰ ਸ਼ਰਾਬਾ ਨਹੀਂ ਹੁੰਦਾ। ਤੇ ਗੁਰੂ ਸਾਹਿਬਾਨ ਨੇ ਦੱਸਿਆ ਕਿ ਭਾਈ ਇਹ ਸਮਾਂ ਹੀ ਇੱਕ ਐਸਾ ਹੈ ਜਿਸ ਸਮੇਂ ਦੀ ਸੰਭਾਲ ਕਰਕੇ ਤੁਸੀਂ ਉਸ ਨਿਰੰਕਾਰ ਦੇ ਵਿੱਚ ਅਭੇਦ ਹੋ ਸਕਦੇ ਹੋ, ਲੀਨ ਹੋ ਸਕਦੇ ਹੋ। ਬਿਰਤੀ ਇਕਾਗਰ ਕਰਨ ਦਾ ਇਹ ਸਮਾਂ ਹੈ। ਇਸ ਸਮੇਂ ਵਿੱਚ ਸਮੇਂ ਦੀ ਸੰਭਾਲ ਕਰ ਲਈ ਸਾਡਾ ਜੀਵਨ ਸਫਲਾ ਹੈ। ਸੋ ਅੰਮ੍ਰਿਤ ਵੇਲੇ ਤੋਂ ਆਪ ਸੰਗਤਾਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਆਪ ਜੀ ਨੇ ਸ਼ਰਵਣ ਕੀਤੇ ਹਨ। ਆਓ ਗੁਰੂ ਸਵਾਰਿਓ, ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਮਾਰੂ ਰਾਗ ਦੇ ਵਿੱਚ ਪਹਿਲੀ ਵਾਰ ਦੀ ਵਿਚਾਰ ਚੱਲ ਰਹੀ ਹੈ। ਸਤਿਗੁਰਾਂ ਦੀ ਕਿਰਪਾ ਸਦਕਾ ਕੱਲ੍ਹ ਵਾਲੀ ਵਿਚਾਰ ਦੇ ਵਿੱਚ 15 ਸ਼ਲੋਕਾਂ ਤੱਕ ਵਿਚਾਰ ਹੋਈ ਸੀ। ਅੱਜ ਸਤਿਗੁਰੂ ਮਹਾਰਾਜ ਜੀ 16ਵੇਂ ਸ਼ਲੋਕ ਦੁਆਰਾ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ ਤੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ
महला तीजा। मन मुख व्यापारै सार न जाननी। बिख बिहाज है बिख संगरह। बिख स्यों धरह प्यार। धन धन साहिब। श्री गुरु अमरदास पातशाह महाराज साडे उत्ते बख्शिश कर रहे हैं। ये पावन सलोक सतगुरां दे पावन अंक 1091 तो आरंभ हुंदा है ते 1092 ते जाके इस पावन सलोक की समाप्ति है। अज दे इस पावन शब्द द्वारा गुरु साहबान जी सानू ये समझा रहे ने कि जीवन मनुखा देही प्राप्त होई। मनुखा देही प्राप्त करके परमात्मा दा जीवन हुक्म हो गया कि भाई संसार विच जाके तै नाम दा वणज नाम दा व्यापार करना है। नाम दा वणज नाम दा व्यापार करना है। पर कहते जिहड़े तां गुरमुख सन, गुरु दे सन्मुख रहन वाले सन, गुरु की सिक्ख्या अनुसार अपने जीवन नूं बतीत करते सी, उन्होंने तो फिर संसार विच आके नाम की खट्टी खट्टी लाहे प्राप्त किए ते अपने जीवन नूं सफला करके उस परमात्मा के दर ते प्रवान हो गए। पर बहुत आधार भी सतगुरु कहते ने मनमुख जीव जड़े मन की मर्जी करने वाले, मन के मगर लगन वाले, वो भी व्यापार करते संसार विच। पर वो व्यापार कर रहे हैं जिस व्यापार करन दा सानू उस लोक विच लाभ लाहा नहीं प्राप्त होना। हाँ, इस लोक विच विचरदियां होया सानू लाहा प्राप्त हो सकता है, पर असल व्यापार बाबत वो मनमुख जीव नहीं जानते हैं। क्योंकि जिहड़े गुरमुख जन रब दे प्यारे वणज करते हैं ना, वो व्यापार वो नहीं करते हैं मनमुख जीव। जिवें आपां सतगुर दे बचन पढ़ते हैं, पातशाह जी कहते ने किन ही वणजिया कांसी तांबा। किन ही लौंग सुपारी। संत हो वणजिया नाम गोबिंद का। ऐसी खेप हमारी। पातशाह जी कहते किसी ने कांसी तांबे का व्यापार किया, किसी ने लौंग सुपारियां का व्यापार किया, पर रब दे प्यारे जिहड़े संत जन हन, गुरमुख जन हन, उन्होंने नाम का व्यापार किया है। उन्होंने आप जपै अबरै नाम जपावै। इन्हां पंक्तियां दे उदाहरणी बने ते वो फिर मालक दे दर ते प्रवान होए हैं। पर मनमुख जीव जिहड़े ने असल व्यापार जिहड़ा सच का व्यापार है ना, असल व्यापार की सार नूं जान ही नहीं सके। भड़कणा दे विच ही रहे। की करदे रहे मनमुख जी? बिख बिहाज है। बिख की है? जहर माया। माया नूं कतर करी जा रहे। बिख संगर है। बिख बिहाज है, बिख संगर है। माया का व्यापार करते, माया ही कतर करते हैं। बिख स्यों धरै पैसे माया दे नाल ही प्यार करते हैं। हुण इहदा मतलब गुरु साहिबान का कहण दा भाव इह नहीं कि आपां माया नहीं कमाणी। चाहे कोई गरीब इंसान है, चाहे कोई अमीर है, हर एक मनुख की ये तीव्र इच्छा है कि मेरे को धन संपदा होवे, मैं किसी प्रकार की कमी ना होवे। अमीर कहता मैं होर अमीर बन जावां, गरीब कहता मैं अमीर हो जावां। हर एक की सोच है। पर सतगुरु कहते लखां करोड़ां कमाना कर, पर नाल नाल तू उस मालक की इबादत भी कर, उस मालक नूं चेते रख। जे किरत बिरत करदे आ, तैनूं अपना गुरु चेते है, तैनूं परमेश्वर चेते है, फिर सच जानी फिर वो कमाई हुई माया तेरी माया नहीं है। पर जिस माया नूं कमा के तैनूं तेरा गुरु भुलदा, परमेश्वर भुलदा है, कहते फिर वो माया तेरी जहर बनती जा रही है। इस करके सतगुरु कहते ने वो मनमुख जीव कहते बिख बिहाज है। बिख का व्यापार करते ने, माया का व्यापार करते। बिख संगर है।
ਬਿਖ ਨੂੰ ਮਾਇਆ ਨੂੰ ਕਤਰ ਕਰਦੇ ਹਨ। ਬਿਖ ਸਿਉ ਧਰੈ ਪਿਆਰ, ਇਸੇ ਹੀ ਬਿਖ ਦੇ ਨਾਲ ਮਾਇਆ ਦੇ ਨਾਲ ਹੀ ਪਿਆਰ ਧਾਰਨ ਕਰਦੇ ਹਨ, ਜਿਸ ਕਰਕੇ ਜੀਵ ਫਿਰ ਬਾਰ ਬਾਰ ਜੰਮਦਾ ਹੈ ਅਤੇ ਬਾਰ ਬਾਰ ਮਰਦਾ ਹੈ। ਗੁਰਬਾਣੀ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਚਨ ਕਰਦੇ ਨੇ, ਕਹਿੰਦੇ ਨੇ ਮਨਮੁਖ ਆਵੈ ਮਨਮੁਖ ਜਾਵੈ, ਮਨਮੁਖ ਫਿਰ ਫਿਰ ਚੋਟਾਂ ਖਾਵੈ, ਜਿਤਨੇ ਨਰਕ ਸੇ ਮਨਮੁਖ ਭੋਗ ਹੈ, ਕਹਿੰਦੇ ਗੁਰਮੁਖ ਲੇਪ ਨਾ ਮਾਸਾ ਹੈ। ਮਾਰੂ ਰਾਗ ਦੇ ਵਿੱਚ ਗੁਰੂ ਸਾਹਿਬਾਨ ਦੇ ਬਚਨ ਨੇ ਕਿ ਮਨਮੁਖ ਆਵੈ, ਮਨਮੁਖ ਜਨਮ ਲੈ ਕੇ ਸੰਸਾਰ 'ਚ ਆਉਂਦਾ, ਮਨਮੁਖ ਜਾਵੈ ਤੇ ਮਰ ਕੇ ਸੰਸਾਰ ਤੋਂ ਚਲਿਆ ਜਾਂਦਾ। ਇਹ ਨਹੀਂ ਕਿ ਹਰ ਵਾਰੀ ਮਨਮੁਖ ਜੀਵ ਨੂੰ ਮਨੁੱਖਾ ਦੀ ਹੀ ਮਿਲ ਗਈ। ਟੇਢੀਆਂ ਮੇਢੀਆਂ ਜੂਨਾਂ 'ਚ ਭਟਕਿਆ, 84 ਦੇ ਭ੍ਰਮਣ 'ਚ ਰਿਹਾ। ਮਨਮੁਖ ਆਵੈ ਮਨਮੁਖ ਜਾਵੈ, ਮਰ ਕੇ ਚਲਿਆ ਜਾਂਦਾ। ਮਨਮੁਖ ਫਿਰ ਫਿਰ ਚੋਟਾਂ ਖਾਵੈ, ਜਮਾਂ ਦੀ ਚੋਟ ਜਮਾਂ ਦੀ ਮਾਰ, ਬਾਰ ਬਾਰ ਕਹਿੰਦੇ ਇਹ ਭਟਕਣਾ ਵਿੱਚ ਰਹਿੰਦਾ ਅਤੇ ਇਸ ਤਰ੍ਹਾਂ ਫਿਰ ਜਮਾਂ ਦੀਆਂ ਚੋਟਾਂ ਇਹਨੂੰ ਖਾਣੀਆਂ ਪੈਂਦੀਆਂ ਨੇ। ਇਸ ਤਰ੍ਹਾਂ ਇਹ ਹਰ ਸਮੇਂ ਦੁਖੀ ਹੁੰਦਾ ਹੈ। ਅਗਲੀ ਪੰਕਤੀ 'ਚ ਪਾਤਸ਼ਾਹ ਬਚਨ ਕਰਦੇ ਹਨ, ਜਿਤਨੇ ਨਰਕ ਸੇ ਮਨਮੁਖ ਭੋਗ, ਜਿੰਨੇ ਵੀ ਨਰਕ ਨੇ, ਜੋ ਪਰਮੇਸ਼ਰ ਦੇ ਬਣਾਏ ਹੋਏ ਨਰਕ ਨੇ ਨਾ, ਉਹ ਸਾਰੇ ਨਰਕਾਂ ਨੂੰ ਮਨਮੁਖ ਜੀਵ ਹੀ ਭੋਗਦਾ ਹੈ। ਭਾਵ ਅਨੇਕਾਂ ਟੇਢੀਆਂ ਮੇਢੀਆਂ ਜੂਨਾਂ ਵਿੱਚ ਭਟਕਦਾ ਹੈ। ਕਈ ਜਨਮ ਪੇ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਇਤਿਆਦਿਕ ਇਹਨਾਂ ਟੇਢੀਆਂ ਮੇਢੀਆਂ ਜੂਨਾਂ 'ਚ ਭਟਕਦਾ ਹੈ। ਜਿਹੜੇ ਗੁਰਮੁਖ ਹਨ ਕਿ ਸਤਿਗੁਰੂ ਗੁਰਮੁਖ ਵੀ ਇਸ ਤਰ੍ਹਾਂ ਭਟਕਣਾ ਵਿੱਚ ਰਹਿੰਦੇ ਨੇ, ਉਹ ਵੀ ਨਰਕ ਭੋਗਦੇ ਹਨ। ਅਤੇ ਗੁਰੂ ਪਾਤਸ਼ਾਹ ਕਹਿੰਦੇ ਨਹੀਂ ਭਾਈ, ਗੁਰਮੁਖ ਲੇਪ ਨਾ ਮਾਸਾ ਹੈ। ਗੁਰਮੁਖ ਨਹੀਂ, ਗੁਰਮੁਖ ਮੁਕਤ ਹੁੰਦੇ ਨੇ। ਗੁਰਮੁਖ ਜਨ ਗੁਰੂ ਦੀ ਸਿੱਖਿਆ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਦੇ ਹਨ। ਇਸ ਕਰਕੇ ਗੁਰਮੁਖ ਜਿਹੜੇ ਨੇ ਉਹ ਭਟਕਣਾ ਤੋਂ ਰਹਿਤ ਹੁੰਦੇ ਹਨ, ਉਹ ਗੁਰੂ ਪਾਤਸ਼ਾਹ ਦੇ ਚਰਨਾਂ ਸਮਾਏ ਰਹਿੰਦੇ ਨੇ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਇਹ ਮਨਮੁਖ ਜੀਵ ਦਾ ਇਹ ਜੀਵਨ ਹੈ ਕਿ ਬਿਖ ਬਿਹਾਜੈ, ਮਾਇਆ ਨੂੰ ਹੀ ਕਹਿੰਦੇ ਮਾਇਆ ਦਾ ਵਪਾਰ ਕਰਦਾ। ਬਿਖ ਸੰਗਰ ਹੈ, ਬਿਖ ਨੂੰ ਮਾਇਆ ਨੂੰ ਕਤਰ ਕਰਦਾ। ਬਿਖ ਸਿਉ ਧਰੈ ਪਿਆਰ, ਅਤੇ ਬਿਖ ਦੇ ਨਾਲ ਹੀ ਕਹਿੰਦੇ ਇਹ ਪਿਆਰ ਧਾਰਨ ਕਰਦਾ ਹੈ। ਮਾਂ ਬਾਹਰੋ ਪੰਡਤ ਸਦਾਏ ਦੇ, ਮਨਹੁ ਮੂਰਖ ਗਾਵਾਰ। ਇੱਥੋਂ ਤੱਕ ਗੁਰੂ ਸਾਹਿਬਾਨ ਜੀ ਨੇ ਪਾਵਨ ਸ਼ਬਦ ਦੇ ਸ਼ਲੋਕ ਦੇ ਵਿੱਚ ਜਿਹੜੇ ਲੋਕ ਧਾਰਮਿਕ ਦੁਨੀਆ ਵਿੱਚ ਵਿਚਰਦੇ ਨੇ, ਜਿਨ੍ਹਾਂ ਦਾ ਧਾਰਮਿਕ ਦੁਨੀਆ ਵਿੱਚ ਬੜਾ ਮਾਣ ਸਨਮਾਨ ਹੈ, ਲੋਕ ਵਡਿਆਈ ਦਿੰਦੇ ਨੇ, ਉਹਨਾਂ ਦੀ ਵੀ ਗੱਲ ਸਤਿਗੁਰੂ ਨੇ ਇੱਥੇ ਕੀਤੀ ਹੈ। ਕਹਿੰਦੇ ਨੇ ਬਾਹਰੋਂ ਪੰਡਤ ਸਦਾਏ ਦੇ, ਬਾਹਰਲਾ ਲਿਬਾਸ ਗਿਆਨੀਆਂ ਵਾਲਾ। ਪੰਡਤ ਕਹਿੰਦੇ ਗਿਆਨਵਾਨ ਪੁਰਸ਼, ਜਿਹੜਾ ਵੇਦ ਸ਼ਾਸਤਰ ਪੜ੍ਹਿਆ ਹੋਇਆ, ਧਾਰਮਿਕ ਗ੍ਰੰਥਾਂ ਜਿਹਨੂੰ ਨੌਲੇਜ ਹੈ। ਕਹਿੰਦੇ ਬਾਹਰੋਂ ਤਾਂ ਕਹਿੰਦੇ ਗਿਆਨੀ ਸਦਾਉਂਦਾ ਹੈ ਕਿ ਮੈਂ ਬੜਾ ਗਿਆਨੀ ਹਾਂ, ਪਰ ਕਹਿੰਦੇ ਜਦੋਂ ਅੰਦਰ ਦੇਖਿਆ ਜਾਂ ਕੋਲ ਮਿਲਾਪ ਕੀਤਾ ਉਹਦੇ ਨਾਲ ਜਾ ਕੇ, ਕਹਿੰਦੇ ਫਿਰ ਕੀ ਕਰਦਾ ਹੈ ਕਿ ਉਹ ਜਿਹੜਾ ਮਨੋਹ ਮੂਰਖ ਮਨ ਕਰ ਕਹਿੰਦੇ ਮੂਰਖ ਹੈ, ਗਵਾਰ ਹੈ, ਬੇਸਮਝ ਹੈ। ਦੁਨੀਆ ਦੇ ਲੋਕਾਂ ਨੂੰ ਸੁਣਾ ਰਿਹਾ, ਦੁਨੀਆ ਦੇ ਲੋਕਾਂ ਨੂੰ ਕਹਿ ਰਿਹਾ ਕਿ ਭਾਈ ਅੰਮ੍ਰਿਤ ਵੇਲੇ ਉੱਠੋ, ਨਾਮ ਜਪੋ, ਬੰਦਗੀ ਕਰੋ। ਪਰ ਜਦੋਂ ਆਪਣੀ ਉੱਠਣ ਦੀ ਵਾਰੀ ਆਉਂਦੀ ਹੈ, ਉਦੋਂ 7 ਵਜੇ ਕਸ਼ਹਿਰਾਪਨ ਲੱਭਦਾ ਫਿਰਦਾ ਹੈ। ਕਿ ਉਹ ਫਿਰ ਜਿਹੜਾ ਸਤਿਗੁਰ ਦੇ ਦਰ 'ਤੇ ਪ੍ਰਵਾਨ ਨਹੀਂ। ਗੁਰੂ ਸਵਾਰਿਓ ਆਪ ਵੀ ਜਪਣਾ ਅਤੇ ਲੋਕਾਈ ਨੂੰ ਵੀ ਜਪਾਉਣਾ। ਗੁਰੂ ਦਾ ਹੁਕਮ ਹੈ ਸਾਨੂੰ ਇਹ ਕਿ ਜਿੱਥੇ ਸਿੱਖ ਨੇ ਆਪ ਨਾਮ ਬਾਣੀ ਦਾ ਅਭਿਆਸ ਕਰਨਾ ਨਾ, ਅੰਮ੍ਰਿਤ ਵੇਲੇ ਸੰਭਾਲ ਕਰਨੀ ਹੈ, ਉੱਥੇ ਸਤਿਗੁਰ ਦਾ ਇਹ ਹੁਕਮ ਹੈ ਕਿ ਸਿੱਖ ਨੇ ਹੋਰ ਵੀ ਸੰਗਤ ਨੂੰ ਨਾਮ ਜਪਾਉਣਾ, ਪ੍ਰਭੂ ਦੇ ਨਾਲ ਗੁਰੂ ਨਾਲ ਜੋੜਨਾ ਹੈ। ਫਿਰ ਉਹ ਅਸਲ ਵਿੱਚ ਉਹ ਵਿਦਵਾਨ ਪੁਰਸ਼ ਸਤਿਗੁਰ ਦੇ ਦਰ 'ਤੇ ਪ੍ਰਵਾਨ ਹੈ।
पर हालात किहो जे हन कि अवर उपदेसै आप न करै, आवत जावत जन्मै मरै। बार बार जमदे हन ते मरदे हन, इस तरह की हालत हो जाती है। लोगों को उपदेश दिंदे ने पर उपदेश के धारणी आप नहीं बनते हैं। जिमें भगत कबीर साहबान जी वचन करते हैं, कबीर अबर है को उपदेश ते, मुख में पर है रेत, रास बेरानी राखते, खाया घर का खेत। कबीर साहबान जी कहते ने कि भाई दुनिया के लोगों तो उपदेश दिंदे ने कि धर्म के निमित्त आ कर्म करना करो, इस तरह नाम जपो, बंदगी करो, समय की संभाल करो। पर जो अपनी बारी आउंदी ना, आप नाम जपण की बारी आउंदी है, बाणी पढ़न की बारी आउंदी है, कहते जो आप आखना मुखों वाहिगुरू आखना होवे ते मन जो मुख च रेत पै गया हो, इहो जी हालत हो जाती है। रेते ना मुख भर जा, बोलिया नहीं जाता ना। कहते आप तो कहते इस तरह कहते फिर नाम वाहिगुरू नहीं आख्या जाता, बाणी नहीं पढ़ी जाती है, आप पढ़ता नहीं तो दूजे नूं आखी जा रहा। इहो जे जीव फिर सतगुर के दाते प्रवान नहीं हैं। ये ने बाहरों पंडित सदाए दे, बाहरों तो कहते पंडित ने, विद्वान पुरुष लगते हैं, पहरावा पहनिया होया है, तो मन करके कहते मूर्ख हैं, गवार हैं, बेसमझ हैं। हालात उन्होंने किहो जी है। तो सतगुरु महाराज अगली पंक्ति दसते हैं, जग में हर स्यों चित न लाए नी, वादी धरन प्यार। कहते इहो जे लोग हर स्यों चित न लाए नी, हरि परमात्मा नाल वाहिगुरू नाल चित नहीं लाउंदे। इस तरह वादी धरन प्यार, जिहड़े वादी हैं झगड़े हैं, झगड़ियां दे विच ही वाद विवाद च पे रहिंदे ने, हर समय वाद विवाद खड़ा कर रखते हैं। जिहड़े रब दे प्यारे ने ना, रब दे प्यारे गुरु सवरे वाद विवाद तो दूर हुंदे ने। गुरु नानक साहब महाराज जिस वक्त सतगुरु जी कांछी की धरती शिव की पुरी विच पहुँचे ने, कहते ने उत्थे एक पंडित गुरु नानक पातशाह दे कोल आ गया। पंडित जी सतगुरु नूं कहण लगे कि मेरे नाल विचार चर्चा करो। भाई मरदाना जी सतगुर दे नाल, गुरु नानक पातशाह महाराज चुप। दूजी बारी फिर आखिया ते सतगुरु फिर चुप। जो तीजी बारी सतगुरु ने आखिया ना कि सतगुरु जी तुसीं मेरे नाल विचार चर्चा करो। कहते ने जदों जिथे गुरु नानक साहब महाराज बैठे हुए सन तो थोड़ी दूरी ते एक मरिया होया कतूरा पिया, जो कुत्ता पिया सी। गुरु नानक साहब महाराज कहन लगे भाई मरदाने जिन्हों कि इस कतूरे उत्ते जल का छिट्टा ला। छिट्टा लाया गया। फिर सतगुरु जी कहन लगे उठ भाई तेरे जात भाई आए ने, इन्हां विचार चर्चा कर। हुण गुरु नानक पातशाह दे वचन सी ते जिहड़ा वो कूकर सी वो जिउंदा हो गया। कूकर जिउंदा होया ते गुरु से थोड़े समय बाद कूकर ने अपने शरीर नूं त्याग्या, फिर वो सचखंड प्याना कर गया। तो जदों सतगुरु ने आख्या कि जात भाई आए ने, पंडित जिहड़ा हुण ब्राह्मण सी, उच्च कोटि दा सी, जो जिहड़ा विद्वान भी सी, उच्ची कुल सी, उहनूं बड़ा दुख होया। कहन लग्या सतगुरु जी तुसीं ये किवें आखना कीता, जात भाई तुसीं मेरे जात, मैं उच्च कुल विच मेरा ब्राह्मण कुल जन्म होया, मैं पढ़िया लिखिया विद्वान हाँ, तुसीं साडी तुलना कुत्ते ना कर दित्ती है। गुरु नानक पातशाह कहन लगे हाँ भाई ये तेरा जात भाई है। कहन लग्या पातशाह किवें? कहते गुरु पातशाह ने वो रूह जगाई। कहन लगे उस रूह पासों पुछना कर, ते अगों वो रूह बोली कि पुत्र मैं तेरा दादा हाँ। तेरा दादा विष्णु दत्त उस पंडित का नाम से। कहन लग्या मैं तेरा दादा कृष्ण दत्त हाँ। कहन लग्या कि दादा जी तुहानूं तां बड़ी भजन बंदगी करते सन, तुसीं बड़े विद्वान सी, तुहानूं ये कूकर की जून किवें प्राप्त होई है?
ਤੇ ਕਹਿਣ ਲੱਗਿਆ, ਪੁੱਤਰ ਮੈਂ ਵੀ ਤੇਰੇ ਵਾਂਗ ਮੇਰੇ ਮਨ 'ਚ ਵੀ ਆਪਣੇ ਧਾਰਮਿਕ ਗ੍ਰੰਥਾਂ ਦਾ ਹੰਕਾਰ ਸੀ, ਵਿਦਪਤਾ ਦਾ ਮੈਨੂੰ ਹੰਕਾਰ ਸੀ। ਇੱਕ ਰੱਬ ਦਾ ਪਿਆਰਾ ਇਸ ਕਾਂਛੀ ਦੀ ਪੁਰੀ ਵਿੱਚ ਆਇਆ, ਮੈਂ ਉਸ ਰੱਬ ਦੇ ਪਿਆਰੇ ਕੋਲ ਚਲਿਆ ਗਿਆ ਤੇ ਉਹਨੂੰ ਆਖਣਾ ਕੀਤਾ, ਮੇਰੇ ਨਾਲ ਵਿਚਾਰ ਚਰਚਾ ਕਰੋ। ਅੱਗੋਂ ਉਸ ਰੱਬ ਦੇ ਪਿਆਰੇ ਨੇ ਕੋਈ ਉੱਤਰ ਨਹੀਂ ਦੇਣਾ ਕੀਤਾ। ਉਸ ਥਾਂ ਤੋਂ ਉੱਠ ਕੇ ਦੂਜੀ ਥਾਂ 'ਤੇ ਜਾ ਕੇ ਬੈਠ ਗਿਆ। ਕਹਿਣ ਲੱਗੇ, ਫਿਰ ਮੈਂ ਦੂਜੀ ਥਾਂ 'ਤੇ ਜਾ ਕੇ ਪਹੁੰਚ ਗਿਆ। ਉੱਥੇ ਜਾ ਕੇ ਆਖਣਾ ਕੀਤਾ ਕਿ ਮੇਰੇ ਨਾਲ ਵਿਚਾਰ ਚਰਚਾ ਕਰੋ। ਕਹਿੰਦੇ ਉਹ ਤੀਜੀ ਥਾਂ 'ਤੇ ਜਾ ਕੇ ਬੈਠ ਗਿਆ। ਜੋ ਤੀਜੀ ਥਾਂ 'ਤੇ ਜਾ ਕੇ ਬੈਠੇ, ਸਾਰਾ ਦਿਨ ਇਸੇ ਤਰ੍ਹਾਂ ਲੰਘ ਗਿਆ। ਸਵੇਰ ਤੋਂ ਲਾ ਕੇ ਸ਼ਾਮ ਤੱਕ ਇਸੇ ਤਰ੍ਹਾਂ ਹੀ ਤਕਾਲਾਂ ਤੱਕ ਇਹ ਸਮਾਂ ਲੰਘ ਗਿਆ। ਮੈਂ ਉਹਨੂੰ ਚੈਨ ਨਾਲ ਬੈਠਣ ਨਹੀਂ ਦਿੱਤਾ। ਮੈਂ ਉਹਨੂੰ ਆਖਣਾ ਕੀਤਾ ਕਿ ਮੇਰੇ ਨਾਲ ਵਿਚਾਰ ਚਰਚਾ ਕਰੋ। ਜਦੋਂ ਸ਼ਾਮਾਂ ਦਾ ਸਮਾਂ ਹੋਇਆ, ਸੰਧਿਆ ਵੇਲੇ ਦਾ ਸਮਾਂ, ਮੈਂ ਉਹਦੇ ਕੋਲ ਪਹੁੰਚਿਆ ਤੇ ਆਖਿਆ, ਵਿਚਾਰ ਚਰਚਾ ਕਰੋ। ਅੱਗੋਂ ਨਾ ਮਹਾਂਪੁਰਖਾਂ ਨੇ ਮੁੱਖੋਂ ਬਚਨ ਕੀਤੇ, ਕਿਉਂ ਕੁੱਤੇ ਵਾਂਗ ਭੌਂਕੀ ਜਾ ਰਿਹਾ, ਵਾਰ-ਵਾਰ ਸਾਨੂੰ ਟੇਕੇ ਨਹੀਂ ਬੈਠਣ ਦੇ ਰਿਹਾ। ਨਾਮ ਜਪਣਾ ਸੀ ਤੇ ਬਿਲਕੁਲ ਸਾਨੂੰ ਨਾਮ ਨਹੀਂ ਜਪਣ ਦਿੱਤਾ। ਕਹਿਣ ਲੱਗਿਆ ਕਿ ਹੁਣ ਤੂੰ ਕੁੱਕਰ ਬਣਨਾ ਕਰ, ਤੈਨੂੰ ਕੁੱਕਰ ਦੀ ਜੂਨ ਪ੍ਰਾਪਤ ਹੋਵੇਗੀ। ਤੇ ਉਸ ਸਮੇਂ ਆਖਣ ਲੱਗਿਆ ਕਿ ਉਹਨਾਂ ਦੇ ਬਚਨ ਸੱਤ ਹੋਏ। ਜਦੋਂ ਮੈਂ ਸੋਚਿਆ ਕਿ ਮੈਨੂੰ ਸ਼ਰਾਪ ਪ੍ਰਾਪਤ ਹੋਇਆ ਹੈ, ਮੈਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੇਰਾ ਪਾਰ ਉਤਾਰਾ ਕਿਵੇਂ ਹੋਵੇਗਾ। ਕੁੱਕਰ ਦੀ ਜੂਨ ਤਾਂ ਮੈਨੂੰ ਹੁਣ ਭੁਗਣੀ ਪਵੇਗੀ, ਮੇਰਾ ਪਾਰ ਉਤਾਰਾ ਕਿਵੇਂ ਹੋਵੇਗਾ। ਤੇ ਅੱਗੋਂ ਨਾ ਮਹਾਂਪੁਰਖਾਂ ਨੇ ਬਚਨ ਕੀਤੇ ਕਿ ਕਲਯੁਗ ਦੇ ਸਮੇਂ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਅਵਤਾਰ ਆਉਣਗੇ ਸੰਸਾਰ ਦੇ ਵਿੱਚ। ਉਹ ਕਾਂਛੀ ਦੀ ਪੂਰੀ ਵਿੱਚ ਪਹੁੰਚਣਗੇ, ਉਹ ਤੇਰਾ ਆ ਕੇ ਉਧਾਰ ਕਰਨਗੇ। ਤੇ ਪੁੱਤਰ, ਇਹ ਜੋ ਸਾਹਮਣੇ ਜਿਨ੍ਹਾਂ ਨੂੰ ਆਖ ਰਿਹਾ ਕਿ ਵਿਚਾਰ ਚਰਚਾ ਕਰੋ, ਇਹ ਆਮ ਨਹੀਂ ਹਨ, ਇਹ ਨਿਰੰਕਾਰ ਹਨ। ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਓ। ਨਿਰੰਕਾਰ ਆਕਾਰ, ਜੋਤ ਜਗ ਮੰਡਲ ਕਰਿਓ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਹਨ। ਇਹਨਾਂ ਦੇ ਚਰਨਾਂ 'ਚ ਮੱਥਾ ਟੇਕਣਾ ਬਣ ਆਉਂਦਾ ਏ। ਆਪਣੀ ਬਿਦਪਤ ਦਾ ਹੰਕਾਰ ਪਿੱਛੇ ਛੱਡਣਾ ਕਰ ਤੇ ਨਿਮਰਤਾ ਧਾਰਨ ਕਰਕੇ ਸਤਿਗੁਰ ਦੇ ਚਰਨ ਪਕੜਨਾ ਕਰ। ਤੇ ਗੁਰੂ ਸਾਹਿਬ ਫਿਰ ਉਹ ਰੂਹ ਅਲੋਪ ਹੋਈ। ਤੇ ਫਿਰ ਇਹ ਜਿਹੜਾ ਪੰਡਤ ਸੀ, ਇਹ ਸਤਿਗੁਰੂ ਮਹਾਰਾਜ ਚਰਨਾਂ 'ਚ ਡਿੱਗਿਆ, ਹੱਥ ਜੋੜ ਕੇ ਘਿਆ ਕੇ ਬੇਨਤੀ ਕਰਨ ਲੱਗਿਆ ਕਿ ਪਾਤਸ਼ਾਹ ਜੀ ਕਿਰਪਾ ਕਰੋ, ਰਹਿਮਤ ਕਰੋ, ਮੈਨੂੰ ਬਖਸ਼ਣਾ ਕਰੋ, ਮੇਰੇ ਤੋਂ ਵੱਡੀ ਭੁੱਲ ਹੋਈ ਹੈ, ਮੈਨੂੰ ਪਾਵਨ ਉਪਦੇਸ਼ ਬਖਸ਼ਣਾ ਕਰੋ। ਕਹਿੰਦੇ ਨੇ ਉਸ ਸਮੇਂ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜੇ ਸਹਿਸਕ੍ਰਿਤੀ ਦੇ ਪਹਿਲੇ 4 ਸ਼ਲੋਕ ਨੇ ਨਾ, ਜੋ ਸਹਿਸਕ੍ਰਿਤੀ ਬਾਣੀ ਆਪਾਂ ਜਿਹੜੀ ਸਭ ਤੋਂ ਮਹਿੰਗੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ, ਜੈਦੇਵ ਦਾ ਪਦਾ, ਸਹਿਸਕ੍ਰਿਤੀ, ਇਹ ਮਹਿੰਗੀਆਂ ਬਾਣੀਆਂ ਹਨ। ਤੇ ਇਹ ਆਮ ਜਿਹੜਾ ਜੀਵ ਹੈ ਨੇ ਪੜ੍ਹ ਨਹੀਂ ਸਕਦਾ। ਜਿਹਨੇ ਸੰਥਿਆ ਕੀਤੀ ਹੈ ਗੁਰਬਾਣੀ ਦੀ, ਉਹੀ ਸ਼ੁੱਧ ਪੜ੍ਹ ਸਕਦਾ ਹੈ। ਤੇ ਇਹ ਫਿਰ ਜਿਹੜੇ ਪਹਿਲੇ ਜਿਹੜੇ 4 ਸ਼ਲੋਕ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਹਨ। ਤੇ ਬਾਕੀ ਜਿਹੜੀ ਬਾਣੀ ਹੈ ਉਹ 5ਵੇਂ ਪਾਤਸ਼ਾਹ ਮਹਾਰਾਜ ਦੀ ਹੈ। ਤੇ ਸਤਿਗੁਰੂ ਜੀ ਨੇ ਫਿਰ ਉਦੋਂ ਸ਼ਬਦ ਉਚਾਰਿਆ ਕਿ ਪੜ੍ਹ ਪੁਸਤਕ ਸੰਧਿਆ ਬਾਦੰ, ਸਿਲ ਪੂਜ ਸਬਗਲ ਸਮਾਦੰ, ਮੁਖ ਝੂਠ ਵਿਭੂਖਣ ਸਾਰੰ, ਤ੍ਰੈ ਪਾਲ ਤਿਹਾਲ ਵਿਚਾਰੰ, ਗਲ ਮਾਲਾ ਤਿਲਕ ਲਲਾਟੰ, ਦੋ ਧੋਤੀ ਬਸਤਰ ਕਪਾਟੰ, ਜੇ ਜਾਣਸ ਬ੍ਰਹਮੰ ਕਰਮੰ, ਸਭ ਫੋਕੜ ਨਿਸ਼ਚੋ ਕਰਮ, ਕਹੋ ਨਾਨਕ ਨਿਸ਼ਚੋ ਧਿਆਵੈ, ਬਿਨ ਸਤਿਗੁਰ ਬਾਟ ਨਾ ਪਾਵੈ। ਫਿਰ ਅਗਲਾ ਸ਼ਬਦ ਹੈ, ਨੇ ਫਲੰ ਤਸ ਜਨਮਾ ਜਾਵਦ ਬ੍ਰਹਮਣਾ ਬਿੰਦ ਤੇ, ਸਾਗਰ ਸੰਸਾਰ ਗੁਰ ਪ੍ਰਸਾਦੀ ਤਰ੍ਹਾਂ ਕੇ। ਇਸ ਤਰ੍ਹਾਂ ਇਹ 4 ਸ਼ਲੋਕ ਉਚਾਰਨ ਕੀਤੇ। ਤੇ 4 ਸ਼ਲੋਕ ਉਚਾਰਨ ਕਰਕੇ ਸਤਿਗੁਰੂ ਉਸ ਪੰਡਤ ਦੇ ਪ੍ਰਥਾਏ ਉਪਦੇਸ਼ ਬਖਸ਼ਿਸ਼ ਕਰਕੇ ਸਾਰੀ ਲੋਕਾਈ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕੀਤਾ। ਸੋ ਗੁਰੂ ਸਵਾਰੇ ਇੰਜ ਉਸ ਪੰਡਤ ਦਾ ਸਤਿਗੁਰੂ ਨੇ ਉਧਾਰ ਕੀਤਾ। ਸੋ ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਇਹੋ ਜਿਹੇ ਲੋਕ ਨੇ ਨਾ, ਜਿਹਨਾਂ ਨੂੰ ਆਪਣੀ ਵਿਦਪਤਾ ਦਾ ਹੰਕਾਰ ਹੈ, ਜਿਨ੍ਹਾਂ ਨੇ 4 ਕਿਤਾਬਾਂ ਪੜ੍ਹ ਲਈਆਂ, ਵਿਦਵਾਨ ਕਹਾਉਣ ਲੱਗ ਪਏ ਤੇ ਕਹਿਣ ਲੱਗੇ ਫਿਰ ਇਸ ਤਰ੍ਹਾਂ ਇਹ ਲੋਕ ਇਹੋ ਜਿਹੇ ਹਨ ਕਿ ਦੁਨੀਆ ਦੇ ਲੋਕਾਂ ਨੂੰ ਉਪਦੇਸ਼ ਦਿੰਦੇ ਨੇ, ਪਰ ਆਪ ਕਹਿੰਦੇ ਉਪਦੇਸ਼ ਦੇ ਧਾਰਨੀ ਨਹੀਂ ਬਣਦੇ, ਆਪ ਕਹਿੰਦੇ ਨਾਮ ਨਹੀਂ ਜਪਦੇ, ਆਪ ਚੰਗੇ ਕਰਮ ਨਹੀਂ ਕਰਦੇ। ਇਹਨਾਂ ਦੀ ਹਾਲਤ ਕੈਸੀ ਹੈ
ਕਹਿੰਦੇ ਹਰ ਸਿਉ ਚਿੱਤ ਨਾ ਲਾਏ ਨਹੀਂ, ਹਰੀ ਪਰਮਾਤਮਾ ਨਾਲ ਤਾਂ ਚਿੱਤ ਨਹੀਂ ਜੋੜਦੇ। ਤੇ ਵਾਦਾ ਧਰਨ ਪਿਆਰ, ਵਾਦੀ ਧਰਨ ਵਿਵਾਦੀ ਕੀ ਹੈ? ਝਗੜੇ, ਸੰਵਾਦ ਝਗੜਾ, ਕਿ ਇਹਦੇ ਵਿੱਚ ਹੀ ਕਹਿੰਦੇ ਪਿਆਰ ਧਾਰਨ ਕਰਦੇ ਹਨ। ਇਸ ਤਰ੍ਹਾਂ ਸਾਰੀ ਜ਼ਿੰਦਗੀ ਝਗੜਿਆਂ ਵਿੱਚ ਹੀ ਲੱਗੇ ਰਹਿੰਦੇ ਹਨ। ਵਾਦਾ ਕੀਆ ਕਰਨ ਕਹਾਣੀਆਂ, ਕੂੜ ਬੋਲ ਕਰਹਿ ਆਹਾਰ। ਵਾਦਾ ਕੀਆ ਕਰਨ ਕਹਾਣੀ, ਜੋ ਵਾਦ ਵਿਵਾਦ ਹੈ, ਝਗੜੇ ਹਨ, ਇਹੋ ਜਿਹੀਆਂ ਕਹਿੰਦੇ ਕਥਾ ਕਹਾਣੀਆਂ ਕਰਦੇ ਨੇ। ਇਹੋ ਜਿਹੀਆਂ ਕਹਾਣੀਆਂ, ਕਥਾ ਕਹਾਣੀਆਂ ਕਰ ਰਹੇ ਹਨ। ਜੇ ਆਪਾਂ ਅਜੋਕੇ ਸਮੇਂ ਦੀ ਗੱਲ ਕਰੀਏ ਨਾ, ਸਾਡੇ ਮਤ ਸਿੱਖ ਮਤ ਦੇ ਵਿੱਚ ਵੀ ਬਹੁਤ ਤਾਦਾਦ ਵਿੱਚ ਜਿਹੜੇ ਸਾਡੇ ਵਿਦਵਾਨ ਪੁਰਸ਼ ਨੇ ਨਾ, ਉਹ ਵੀ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਵਾਸਤੇ ਵਾਦਾ ਕੀਆਂ ਕਰਨ ਕਹਾਣੀਆਂ ਕਰਦੇ ਹਨ, ਜਿਹਦੇ ਰਾਹੀਂ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਪੈਦਾ ਹੋ ਰਹੀ ਹੈ। ਜੇ ਆਪਾਂ ਇਤਿਹਾਸ ਪੜ੍ਹੀਏ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਮਹਾਰਾਜ ਤੱਕ, ਤੇ ਸਤਿਗੁਰੂ ਨੇ ਤਾਂ ਸਾਰਿਆਂ ਦਾ ਹੀ ਪ੍ਰੇਮ ਪੈ ਵੰਡਣਾ ਕੀਤਾ ਸੀ। ਪ੍ਰੇਮ ਦੀ ਪਰਿਭਾਸ਼ਾ ਸਤਿਗੁਰੂ ਨੇ ਸਮਝਾਈ ਆ। ਆਪ ਸਤਿਗੁਰੂ ਜੀ ਪ੍ਰੇਮ ਦੇ ਭੁੱਖੇ ਸਨ, ਪ੍ਰੇਮ ਵੰਡਿਆ ਏ। ਕਿਸੇ ਨਾਲ ਸਤਿਗੁਰੂ ਨੇ ਨਫ਼ਰਤ ਨਹੀਂ ਕੀਤੀ। ਤੇ ਆਪਾਂ ਸਿੱਖ ਹੋ ਕੇ ਸਿੱਖ ਨਾਲ ਨਫ਼ਰਤ ਕਰੀ ਜਾ ਰਹੇ ਨੇ। ਅਸਲ ਜਿਹੜਾ ਕੰਮ ਹੈ, ਜਿਹੜਾ ਜ਼ਿੰਦਗੀ ਦਾ ਮਕਸਦ ਸੀ, ਜਿਸ ਜਿਹੜੇ ਕਾਰਜ ਲਈ ਸਾਨੂੰ ਸਤਿਗੁਰੂ ਨੇ ਲਾਇਆ ਸੀ, ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਸਤਿਨਾਮ ਪੜ੍ਹ ਮੰਤਰ ਸੁਣਾਇਆ। ਸਾਨੂੰ ਸਤਿਗੁਰੂ ਨੇ ਸਤਿਨਾਮ ਵਾਹਿਗੁਰੂ ਦਾ ਮੰਤਰ ਦੇਣਾ ਕੀਤਾ। ਉਹਦੇ ਬਾਅਦ ਸਾਡਾ ਧਿਆਨ ਬਿਲਕੁਲ ਨਹੀਂ ਹੈ। ਇੱਕ ਦੂਜੇ ਨਾਲ ਝਗੜਾ ਕੇ ਫਲਾਣਾ ਵਿਦਵਾਨ ਇਸ ਤਰ੍ਹਾਂ ਕਹਿ ਗਿਆ, ਉਹ ਇਸ ਤਰ੍ਹਾਂ ਕਹਿ ਗਿਆ, ਇਸ ਤਰ੍ਹਾਂ ਨਹੀਂ ਹੋ ਸਕਦਾ, ਇਸ ਤਰ੍ਹਾਂ ਹੋ ਸਕਦਾ ਹੈ। ਆਪਸ ਦੇ ਵਿੱਚ ਹੀ ਲੜੀ ਜਾ ਰਹੇ ਨੇ, ਝਗੜਾ ਕਰੀ ਜਾ ਰਹੇ ਹਨ। ਇਹ ਹੈ ਵਾਦਾ ਕੀਆਂ ਕਰਨ ਕਹਾਣੀਆਂ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਇੰਨਾ ਸਾਡਾ ਖਾਲਸਾ ਪੰਥ ਹੈ, ਖਾਲਸੇ ਪੰਥ ਦੇ ਵਿੱਚ ਆਪਸੀ ਪਿਆਰ ਇਤਫਾਕ ਦੀ ਪਾਤਸ਼ਾਹ ਦਾਤ ਬਖਸ਼ਿਸ਼ ਕਰਨ। ਜਦੋਂ ਇਸ ਤਰ੍ਹਾਂ ਆਪਸੀ ਪਿਆਰ ਇਤਫਾਕ ਹੋ ਜਾਵੇਗਾ, ਫਿਰ ਖਾਲਸਾ ਪੰਥ ਚੜ੍ਹਦੀ ਕਲਾ ਵਿੱਚ ਰਹੇਗਾ ਅਤੇ ਖਾਲਸੇ ਉੱਤੇ ਕੋਈ ਹੱਥ ਉਂਗਲ ਨਹੀਂ ਚੁੱਕ ਸਕਦਾ ਗੁਰੂ ਸਵਾਰੇ। ਅੱਜ ਥਾਵਾਂ ਥਾਵਾਂ 'ਤੇ ਸਿੱਖ ਦਾ ਨਰਾਦਰ ਇਸ ਕਰਕੇ ਹੋ ਰਿਹਾ, ਕਿਉਂਕਿ ਸਿੱਖ ਦੇ ਆਪਸ ਵਿੱਚ ਆਪਾਂ ਟੁੱਟੇ ਫਿਰਦੇ ਹਾਂ। ਅਤੇ ਸਤਿਗੁਰੂ ਕਹਿੰਦੇ ਨੇ ਹਾਲਾਤ ਇਹੋ ਜਿਹੇ ਹਨ ਕਿ ਵਾਦਾ ਕੀਆ ਕਰਨ ਕਹਾਣੀਆਂ, ਕਿ ਜਿਹੜੇ ਵਾਦ ਵਿਵਾਦ ਪੈਦਾ ਕਰਨ ਵਾਲੇ ਇਹੋ ਜਿਹੀਆਂ ਕਥਾ ਕਹਾਣੀਆਂ ਸਟੇਜਾਂ ਉੱਤੇ ਸੁਣਾ ਦੇਣੀਆਂ। ਕਹਿੰਦੇ ਕੂੜ ਬੋਲ ਕਰਹਿ ਆਹਾਰ, ਕੂੜ ਝੂਠ ਬੋਲਦੇ ਹਨ। ਝੂਠ ਬੋਲ ਕੇ ਕਹਿੰਦੇ ਇਹ ਆਹਾਰ, ਇਹ ਭੋਜਨ ਕਹਿੰਦੇ ਇਹ ਛਕਦੇ ਹਨ। ਹੁਣ ਜੇ ਆਪਾਂ ਦੇਖੀਏ ਗੁਰੂ ਸਵਾਰਿਓ, ਬਹੁਤ ਤਾਦਾਦ ਦੇ ਵਿੱਚ ਐਸੇ ਲੋਕ ਨੇ ਜਿਹੜੇ ਧਰਮ ਦਾ ਸਹਾਰਾ ਲੈ ਕੇ ਜਿਨ੍ਹਾਂ ਨੇ ਆਪਣੀਆਂ ਦੁਕਾਨਾਂ ਚਲਾਈਆਂ ਹੋਈਆਂ ਨੇ। ਜਿਸ ਵਕਤ ਗੁਰੂ ਨਾਨਕ ਸਾਹਿਬ ਮਹਾਰਾਜ ਹਰਿਦੁਆਰ ਦੇ ਇਲਾਕੇ ਵਿੱਚ ਪਹੁੰਚੇ ਨੇ, ਦੀਨ ਦੁਨੀਆ ਦੇ ਮਾਲਕ ਕੀ ਦੇਖਦੇ ਨੇ? ਇੱਕ ਪੰਡਤ ਜਿਹਦੇ ਕੋਲ ਲੋਕਾਂ ਦਾ ਬਹੁਤ ਭਾਰੀ ਇਕੱਠ ਹੋਇਆ ਹੈ, ਆਪਣੇ ਕੰਨਾਂ ਨੂੰ, ਆਪਣੇ ਨੱਕ ਨੂੰ ਪਕੜਦਾ ਹੈ ਅਤੇ ਦੁਨੀਆ ਦੇ ਲੋਕਾਂ ਨੂੰ ਕਹਿੰਦਾ ਕਿ ਭਾਈ ਮੈਨੂੰ ਤਰਲੋਕੀ ਦੀ ਸੋਝੀ ਹੋ ਰਹੀ ਹੈ। ਜਦੋਂ ਮੈਂ ਆਪਣੇ ਉਂਗਲਾਂ ਨੱਕ ਪਕੜਦਾ ਨਾ, ਮੈਂ ਸੁਰਤੀ ਕਰਕੇ ਤਰਲੋਕੀ ਵਿੱਚ ਪਹੁੰਚ ਜਾਂਦਾ। ਅਤੇ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਭਾਈ ਮਰਦਾਨੇ ਜੀ ਦੇ ਨਾਲ ਉੱਥੇ ਚਲੇ ਗਏ, ਸਤਿਗੁਰੂ ਜਾ ਕੇ ਬੈਠ ਗਏ। ਇਹ ਫਿਰ ਜਦੋਂ ਇਹਨਾਂ ਸਤਿਗੁਰ ਦੇ ਸਨਮੁਖ ਕਹਿੰਦੇ ਇਹਨਾਂ ਨੱਕ ਪਕੜਿਆ, ਅੱਖਾਂ ਬੰਦ ਕੀਤੀਆਂ, ਨੇਤਰ ਬੰਦ ਕੀਤੇ ਤੇ ਕਹਿਣ ਲੱਗਿਆ ਕਿ ਤਰਲੋਕ ਵਿੱਚ ਆਹ ਹੋ ਰਿਹਾ ਹੈ, ਸਵਰਗ ਵਿੱਚ ਆਹ ਹੋ ਰਿਹਾ, ਮਾਤਲੋਕ 'ਚ ਆਹ ਵਰਤ ਰਿਹਾ, ਪਤਾਲ 'ਚ ਆਹ ਵਰਤ ਰਿਹਾ ਹੈ, ਸ਼ਿਵਪੁਰੀ 'ਚ ਆਹ ਹੋ ਰਿਹਾ, ਬ੍ਰਹਮਪੁਰੀ 'ਚ ਆਹ, ਵਿਸ਼ਨਪੁਰੀ 'ਚ ਆਹ ਹੋ ਰਿਹਾ ਹੈ। ਗੱਪ ਕਹਾਣੀ ਸੁਣਾਈ ਜਾਵੇ। ਅਤੇ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਜਨਮ ਹੀ ਇਸ ਕਰਕੇ ਹੋਇਆ ਸੀ ਤਾਂ ਕਿ ਪਖੰਡ ਦਾ ਖੰਡਨ ਕੀਤਾ ਜਾਵੇ। ਰਾਹ ਪਾਉਣ ਲਈ ਸਤਿਗੁਰੂ ਸੰਸਾਰ ਵਿੱਚ ਆਏ ਨੇ। ਕਹਿੰਦੇ ਨੇ ਉਸ ਸਮੇਂ ਸਤਿਗੁਰੂ ਜੀ ਨੇ ਕੀ ਕੀਤਾ, ਜਿਹੜਾ ਜਿੱਥੇ ਇਹ ਬੈਠਾ ਹੋਇਆ ਸੀ ਨਾ, ਲੋਕਾਂ ਨੇ ਮੱਥਾ ਟੇਕਿਆ। ਇੱਕ ਬਰਤਨ ਸੀ, ਉਹਦੇ ਵਿੱਚ ਮਾਇਆ ਰੱਖੀ ਹੋਈ ਸੀ। ਲੋਕ ਮੱਥਾ ਟੇਕਦੇ ਨੇ, ਮਾਇਆ ਪਾਈ ਜਾ ਰਹੇ ਨੇ, ਇਸ ਤਰ੍ਹਾਂ ਆਪਣਾ ਪਖੰਡ ਚਲਾ ਰਿਹਾ। ਪਾਤਸ਼ਾਹ ਜੀ ਨੇ ਭਾਈ ਮਰਦਾਨੇ ਜੀ ਨੂੰ ਇਸ਼ਾਰਾ ਕੀਤਾ
भाई मरदाना जी ने वो माया वाला जिहड़ा बर्तन सी, भांडा सी चुकिया, उन्होंने चुक के पिछले पासे लुको दिता। पिछले पासे लुकोया। जो पंडित जी ने अपने नक नूं छड्डिया, नेत्र खोले, सीधी निगाह जिहड़ा माया धारी है, जिहदे मन च लालसा एक वध तो माया कतर कर लवां, उहदी निगाह सब तो पहला माया वाल ही पैनी है। नेत्र खोले, सीधी निगाह पई माया वाले छाबे वाल। हुण देखदा कि इहनूं मन च सोए सी विचार कि माया वाला छाबा भर गया होवेगा, पर जो नेत्र खोले की देखदा कि उत्थे छाबा है ही नहीं, माया है ही नहीं। बड़ा रौला पाया, मेरी माया किधर है, किहने माया चुकना की, चोरी कर ली है, दसो चोर कौन है? विचों ही कोई चोर है। तो दीन दुनिया के मालक धन गुरु नानक दे महाराज चुप करके बैठे रहे, देखते रहे। जो अग बबूला होया तो सतगुरु गुरु नानक पातशाह महाराज दा देख के मुस्कुराते हैं। सतगुरु जी कहने लगे, पंडित जी एक बेनती करा कि तुहानू तां तरलोकी दी सोझी है, तुहानू तरलोकी दी सोझी है, तिन्नां लोकां दा तुहानू ज्ञान है, तिन्नां लोकां च की हो रहा है, जिहड़ा तुहाडा माया वाला बर्तन है, छाबा है, तुहानू नहीं पता लगदा किहड़े मनुख ने चोरी कीता है। जो पातशाह ने ये बचन किए तो पंडित ने उस नीवी पा ली, सारियां विच इहदा पाज उगड़ गया। गुरु नानक पातशाह महाराज चरण पकड़ ले, सतगुरु कहन लगे कि भाई तू धर्मी है, धर्म का तो पहरावा पहनिया होया है, दुनिया के लोगों तेरा मान सन्मान है, तो इस तरह तू धर्म नूं बेचना ना कर। अपनी रोजी रोटी दे लई कूड़ बोल करै, आह झूठ बोल कहते अपना आहार करता फिरदा है, कहते ये गल ठीक नहीं है। फिर गुरु सवारे गुरु नानक पातशाह ने धनासरी राग शब्द उच्चारण किया, काल नाही जोग नाही नाही सत का ढब, था नष्ट जग भ्रिष्ट होए डूबता इव जग, कल मह राम नाम सार, अखी ता मीट है नाक पकड़ है, ठगण को संसार। कहते अखी ता पकड़ है, अखी ता मीट है नाक पकड़ा, अखां नूं मीट लिया, बंद कर लिया, नक नूं पकड़ लिया, तो कह दे तरलोकी दी मैनूं सोझी है। कहते भाई इस तरह पार उतारा नहीं होना, कल युग के भयानक समय विच राम नाम ही तेरी सार संभाल कर सकता है। तू रमंती राम का नाम जपना कर, बंदगी करना कर। फिर गुरु सरे ये पंडित जिहड़ा सी कर्म करनों हटिया सी, माड़े कर्म करनों हटिया। सो कहण दा भाव है कि इहो जे बहुत सारे ने जिहड़े अपनी रोजी रोटी चलाउण वास्ते धर्म का सहारा लैंदे हन, पर धर्मी नहीं हन। किसी भी मत विच आपां देखीए जिन्हां ने लिबास पहने हुए ने धर्म दे, पर वो काम करते जिहड़े मनमुख जीव भी नहीं कर सकते। जिहड़े आम मनुख है जिन्हें कोई जिहड़े धर्म नाल कोई वास्ता नहीं है, अपनी जिंदगी बतीत कर रहे हैं, असल विच गुरु से वो भी इहो जे गलत काम नहीं करते जिहो जे वो लोग करते हैं। फिर ये लोग इन्हां वाल सतगुरु कहते हैं कूड़ बोल करै आहार, झूठ बोल के अपना आहार करते हैं, अपने अपने परिवार की पालना पोषणा करते हैं। इस तरह ये लगे हुए हैं, जिस करके लोगों नूं कहते झूठियां कहानियां कथावां सुना के सुनाते हैं, पर आप कहते उहदे उत्ते अमल नहीं करते हैं। इहो जी हालत है। जग मह राम नाम हर निर्मला, होर मैला सब आकार। इस जग दे विच निर्मल की है? राम नाम, परमेश्वर का नाम। रमंती जिहड़ा राम सारियां थावां ते समाया होया, ओही ओ नाम ही निर्मला है, शुद्ध है। होर मैला सब आकार, बाकी जो कुछ भी आपां देखते हैं कि जीव जिहड़ा आकार बनिया सारा ही मैला है, केवल परमात्मा का नाम उज्जल है। नानक नाम न चेतनी, होए मैले मरह गवार।
ਨਾਨਕ ਗੁਰੂ ਜੀ ਉਚਾਰਨ ਕਰਦੇ ਹਨ। ਨਾਨਕ ਜੀ ਕਹਿ ਰਹੇ ਹਨ ਕਿ ਨਾਮ ਨਾ ਚੇਤਨੀ, ਜਿਹੜੇ ਭਾਈ ਨਾਮ ਨਹੀਂ ਚੇਤਨੀ, ਨਾਮ ਚੇਤੇ ਨਹੀਂ ਕਰਦੇ, ਨਾਮ ਨਹੀਂ ਜਪਦੇ, ਉਹਨਾਂ ਦੀ ਹਾਲਤ ਕੈਸੀ ਹੋ ਜਾਂਦੀ ਹੈ? ਹੋਏ ਮੈਲੇ, ਉਹ ਮੈਲੇ ਹੋ ਜਾਂਦੇ ਨੇ। ਉਹਨਾਂ ਦੇ ਅੰਦਰ ਵਿਕਾਰਾਂ ਦੀ ਮੈਲ ਜਿਹੜੀ ਘਰ ਕਰ ਜਾਂਦੀ ਹੈ। ਅਤੇ ਇਸ ਤਰ੍ਹਾਂ ਉਹ ਗਵਾਰ ਹਨ, ਬੇਸਮਝ ਹਨ। ਇਸ ਤਰ੍ਹਾਂ ਹੀ ਖੁਆਰ ਹੋ ਕੇ ਉਹ ਜੀਵ ਨਾਮ ਤੋਂ ਬਿਨਾਂ ਮਰਦੇ ਫਿਰਦੇ ਹਨ, ਬਾਰ-ਬਾਰ ਜੰਮਦੇ, ਬਾਰ-ਬਾਰ ਮਰਦੇ ਹਨ। ਮਹੱਲਾ ਤੀਜਾ। ਦੁੱਖ ਲੱਗਾ ਬਿਨ ਸੇਵਿਆ, ਹੁਕਮ ਮੰਨੇ ਦੁੱਖ ਜਾਏ। ਮਹੱਲੇ ਦੇ ਵਿੱਚ ਤੀਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਜੀ ਕਹਿੰਦੇ ਨੇ ਦੁੱਖ ਲੱਗਾ ਬਿਨ ਸੇਵਿਆ, ਬਿਨਾਂ ਸੇਵਾ ਤੋਂ, ਬਿਨਾਂ ਗੁਰੂ ਨੂੰ ਚੇਤੇ ਕੀਤੇ ਤੋਂ ਬਿਨਾਂ ਜੀਵ ਨੂੰ ਆ ਕੇ ਦੁੱਖ ਲੱਗ ਜਾਂਦੇ ਨੇ। ਪੜ੍ਹਦੇ ਆਪਾਂ ਪਾਤਸ਼ਾਹ ਦੇ ਬਚਨ ਕਿ ਕਤਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਬੇਮੁਖ ਹੋਏ RAM ਤੇ ਲੱਗਣ ਜਨਮ ਵਿਯੋਗ, ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਜਦੋਂ ਪਰਮੇਸ਼ਰ ਨੂੰ ਭੁੱਲ ਜਾਈਏ, ਵਾਹਿਗੁਰੂ ਨੂੰ ਵਿਸਾਰ ਦਈਏ, ਗੁਰੂ ਨੂੰ ਵਿਸਾਰ ਦਈਏ, ਫਿਰ ਦੁੱਖ ਆ ਕੇ ਚਿੰਬੜਦੇ ਹਨ। ਹੁਣ ਇਹਦਾ ਮਤਲਬ ਇਹ ਨਹੀਂ ਕਿ ਜਿਹੜੇ ਗੁਰਮੁਖ ਜਨ ਹਨ, ਨਾਮ ਰਸੀ ਹਨ, ਬੰਦਗੀ ਕਰਨ ਵਾਲੇ ਹਨ, ਉਹਨਾਂ ਦੇ ਘਰ ਵਿੱਚ ਦੁੱਖ ਨਹੀਂ ਆਉਂਦੇ। ਦੁੱਖ ਤਾਂ ਹਰ ਇੱਕ ਮਨੁੱਖ ਜਿਹੜਾ ਜਨਮ ਲਿਆ ਨਾ, ਉਹ ਜਨਮ ਲੈ ਕੇ ਮਨੁੱਖ ਨੂੰ ਕਦੇ ਦੁੱਖ ਪ੍ਰਾਪਤ, ਕਦੇ ਸੁੱਖ ਪ੍ਰਾਪਤ ਹੁੰਦਾ ਹੈ। ਸੁੱਖ ਦੁੱਖ ਦੋ ਦਰ ਕੱਪੜੇ ਪਹਿਰਾ ਜਾਏ ਮਨੁੱਖ ਹੈ ਤਾਂ। ਪਰ ਸਤਿਗੁਰੂ ਕਹਿੰਦੇ ਨੇ ਜਿਹੜੇ ਪਰਮਾਤਮਾ ਨੂੰ ਵਿਸਾਰ, ਉਹਨਾਂ ਨੂੰ ਦੁੱਖ ਆ ਕੇ ਚਿੰਬੜਦੇ ਹਨ। ਪਾਤਸ਼ਾਹ ਦਾ ਕਹਿਣ ਦਾ ਭਾਵ ਕੀ ਹੈ? ਅਸਲ ਦੇ ਵਿੱਚ ਜਿਹੜੇ ਰੱਬ ਦੇ ਪਿਆਰੇ ਨੇ ਨਾ, ਬੰਦਗੀ ਕਰਨ ਵਾਲੇ ਹਨ, ਉਹ ਦੁੱਖ ਵੇਲੇ ਘਬਰਾਉਂਦੇ ਨਹੀਂ ਹਨ, ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਦੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਬਚਨ ਪੜ੍ਹਦੇ ਆਪਾਂ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਇਹਨਾਂ ਪੰਗਤੀਆਂ ਦੇ ਉਹ ਧਾਰਨੀ ਬਣ ਜਾਣ। ਦੁੱਖ ਆਉਂਦਾ ਏ ਪਰ ਦੁੱਖ ਵੇਲੇ ਘਬਰਾਉਂਦੇ ਨਹੀਂ। ਦੁੱਖ ਵੇਲੇ ਵੀ ਪਰਮਾਤਮਾ ਦੀ ਰਜਾ ਨੂੰ, ਭਾਣੇ ਨੂੰ ਮਿੱਠਾ ਕਰਕੇ ਮੰਨਦੇ ਨੇ ਕਿ ਪਰਮਾਤਮਾ ਤੇਰੀ ਰਜਾ, ਤੇਰਾ ਇਹ ਭਾਣਾ ਹੈ। ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਦੀ ਸ਼ਹੀਦੀ ਤੋਂ ਪਹਿਲਾਂ ਉਹਨਾਂ ਦੇ ਪੁੱਤਰ ਹਨ, 4 ਸਾਲ ਦੀ ਉਮਰ ਹੈ, ਬਾਬਾ ਅਜੇ ਸਿੰਘ ਜੀ, ਸ਼ਹੀਦ ਬਾਬਾ ਅਜੇ ਸਿੰਘ ਜੀ, ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਹੁਣ ਇੱਕ ਪਿਤਾ ਦੇ ਸਾਹਮਣੇ ਪੁੱਤਰ ਨੂੰ ਸ਼ਹੀਦ ਕਰ ਦੇਣਾ, ਪੁੱਤਰ ਦਾ ਕਲੇਜਾ ਕੱਢ ਕੇ ਮੁੱਖ 'ਚ ਤੁੰਨਣਾ, ਇਹ ਕਿੱਡਾ ਵੱਡਾ ਦੁੱਖ ਹੈ। ਪਰ ਗੁਰੂ ਸਵਾਰੇ ਜਿਹੜੇ ਨਾਮ ਰੰਗ 'ਚ ਤਦਾਕਾਰ ਮਸ ਸਨ, ਉਹਨਾਂ ਨੇ ਪ੍ਰਵਾਹ ਨਹੀਂ ਕੀਤੀ। ਬੇਸ਼ੱਕ ਬੈਰੀਆਂ ਨੇ ਕਲੇਜਾ ਕੱਢ ਕੇ ਮੁੱਖ 'ਚ ਪਾਇਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਬੱਚੇ ਦਾ, ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਉਸੇ ਤਰ੍ਹਾਂ ਅਡੋਲ ਚਿੱਤ ਰਹੇ ਨੇ। ਸਤਿਗੁਰ ਦੀ ਰਜਾ, ਸਤਿਗੁਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਆਪਣੇ ਧਰਮ ਵਿੱਚ ਪ੍ਰਭਾ ਕਰੇ। ਇਹ ਹੈ ਦੁੱਖ ਵਿੱਚ, ਦੁੱਖ ਵੇਲੇ ਦੁੱਖ ਆ ਗਿਆ, ਦੁੱਖ ਵੇਲੇ ਘਬਰਾਉਂਦੇ ਨਹੀਂ ਹਨ। ਅਤੇ ਸਤਿਗੁਰੂ ਕਹਿੰਦੇ ਨੇ ਪਰ ਉਹ ਮਨਮੁਖ ਜਿਹੜੇ ਜੀਵ ਨੇ ਨਾ, ਜੋ ਦੁੱਖ ਆਉਂਦਾ ਨਾ, ਦੁੱਖ ਲੱਗਦਾ ਅਤੇ ਬੜੇ ਦੁਖੀ ਹੁੰਦੇ ਨੇ। ਉਹ ਇੰਨੇ ਦੁਖੀ ਹੁੰਦੇ ਨੇ ਕਿ ਉਸ ਸਮੇਂ ਇੱਧਰ ਉੱਧਰ ਭਟਕਣਾ ਵਿੱਚ ਹੀ ਲੱਗੇ ਰਹਿੰਦੇ ਹਨ। ਕਹਿੰਦੇ ਬਿਨਾਂ ਸੇਵਿਆਂ ਤੋਂ, ਪਰਮੇਸ਼ਰ ਨੂੰ ਸੇਵਣ ਤੋਂ ਬਿਨਾਂ ਇਹ ਜੀਵ ਦੁੱਖ ਹੀ ਆ ਕੇ ਚਿੰਬੜਦੇ ਹਨ। ਹੁਕਮ ਮੰਨੇ ਦੁੱਖ ਜਾਏ। ਜਿਹੜੇ ਪਰਮਾਤਮਾ ਦੇ ਹੁਕਮ ਨੂੰ ਮੰਨ ਲੈਂਦੇ ਹਨ, ਮਿੱਠੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਹਨ, ਉਹਨਾਂ ਦੇ ਫਿਰ ਜਿਹੜੇ ਦੁੱਖ ਨੇ ਉਹ ਜਾਏ ਚਲੇ ਜਾਂਦੇ ਹਨ। ਭਾਵ ਉਹ ਦੁੱਖ ਵੇਲੇ ਫਿਰ ਘਬਰਾਉਂਦੇ ਨਹੀਂ ਹਨ।
इस तरह वो हुक्म की पालना करते हैं। आपे दाता सुखै दा आपे दे सजाए। सुखां दा दाता कौन है? कहते परमात्मा आप ही है। वाहिगुरु सुख देण वाले, सुख भी उही दिंदा ते दुख भी उही दिंदा है। सुख भी उहदे भाणे विच है ते दुख भी उहदे भाणे विच ही है। वो आप ही देण वाला है। ताइयों सतगुरु कहंदे ने कि सर्ब सुखां का दाता सतगुर, ताकि सरणी पाईऐ दर्शन भेटत होत आनंदा, दुख गया हर गाईऐ। जिहदे दर्शन करके कहंदे ने जिन्हों मिलन दे नाल आनंद प्राप्त हुंदा है, जिन्हों प्राप्त करके जिहड़े दुख ने वो चले जाते हैं। हरि परमात्मा के गुण गायन करके ये अवस्था बनती है। तो सतगुरु जी समझाते हैं, कहते भाई इस करके आप ही दाता है परमेश्वर, सुखां दा सुख देण वाला है। आपे दे सजाए, ते आप ही जीव नूं सजा दिंदा। जिहड़ा जीव अपने जीवन काल च पाप कर्म करता है, माड़े कर्म करता है, तो परमेश्वर की दरगाह वेख उन्होंने सज़ा मिलती ही है। ये अटल सच्चाई है। लोग जिहड़ियां कोर्ट कचहरियां हैं दुनियावी, उत्थों तो बचा कर सकता संसार विच मनुख अपना, पर मालक की दरगाह वेखे बचा नहीं हो सकता। उत्थे सच का निबेड़ा होना है। तो परमेश्वर जिहो जे जीव कर्म करता ना, उहदे मुताबिक जीव नूं फिर सज़ा दिंदा है। नानक एवै जाणीऐ सब किश तिसै रजाए। नानक गुरु जी उच्चारण करते हैं, कहते एवै जाने पर इस तरह जानना करिए कि जो कुछ भी संसार विच हो रहा है, जो पहला होया वर्तमान समय च हो रहा, पिछे अगे होवेगा, कहते ये की है? सब किश तिसै रजाए। ये प्रभु की रजाए रजा है। प्रभु के भाणे नूं मिठा करके मनना है, उहदे हुक्म की पालना करनी है। हुक्म की पालना करांगे फिर साडा लोक सुखी है, पर लोक सहेले। नानक हर प्रभ आपे मेले की पातशाह बख्शिश करनगे। समय की समाप्ति, होइयां भुल्लां चुकां दी खिमा। पौड़ी की विचार आपां कल वाले दीवाना विच करांगे। आओ अखीर